SGPC ਦੀ ਮਜਬੂਰੀਆਂ 'ਚ ਹੀ ਕਰਦੀ ਹੈ। ਬਿਲਕੁਲ ਇੰਨਾ ਚਿਰ ਨਹੀਂ ਕੀਤਾ ਤੇ ਲੜਕੀ ਸਿੱਖ ਲੜਕੀ ਤੇ ਕਰਨਾਟਕਾ ਜਦੋਂ ਅਟੈਕ ਹੋਇਆ ਬੰਗਲੌਰ ਦੇ ਵਿੱਚ ਤਾਂ ਫਿਰ ਬੋਲਣਾ ਪਿਆ। ਇਹ ਆਪਦੀ ਮਜਬੂਰੀ ਲਈ ਬੋਲਦੇ ਆ ਤੇ ਮਜਬੂਰੀ ਲਈ ਜੇ ਕਰਨਗੇ ਤਾਂ ਠੀਕ ਹੈ, ਨਹੀਂ ਫਿਰ ਇਹ ਸਾਰੇ ਆਪਦੇ ਸੀਨ ਤੋਂ ਪਾਸੇ ਹੋ ਜਾਣਗੇ। ਸਿੱਖ ਫਿਰ ਕਿਉਂ ਪਰਵਾਹ ਕਰੂ SGPC ਦੀ? SGPC ਕੌਣ ਹੈ? ਜੇ ਸਿੱਖ ਸੰਸਥਾ ਨੂੰ ਹੋਊਗਾ ਤਾਂ ਸਿੱਖੇ ਦੀ ਪਰਵਾਹ ਕਿਉਂ ਕਰਨਗੇ ਜੇ ਸਿੱਖਾਂ ਲਈ ਸਟੈਂਡ ਨਹੀਂ ਲਊਗੀ। ਤੇ ਇਸ ਕਰਕੇ ਸਿੱਖਾਂ ਤਾਂ ਕਿਸੇ ਧਰਮ ਦੇ ਵਿਰੁੱਧ ਉਹਨਾਂ ਨੇ ਕਿਸੇ ਧਰਮ ਤੇ ਧੱਕਾ ਹੋਵੇ ਉਹਦੇ ਹੱਕ ਉਹਦੇ ਵਿਰੁੱਧ ਆਵਾਜ਼ ਉਠਾਉਣੀ ਹੁੰਦੀ ਹੈ। ਬਦਕਿਸਮਤੀ ਇਹ ਹੈ ਵੀ ਸਾਡੇ ਇੰਨੇ ਸਾਲ ਬਾਦਲ ਨੇ 25-30 ਸਾਲ ਮਸਜਿਦ ਗਿਰਾਈ ਸੀ, ਇੱਕ ਸ਼ਬਦ ਨਹੀਂ ਮੂੰਹੋਂ ਕੱਢਿਆ 1992 ਵਿੱਚ। ਇਹ ਜਿਹੜਾ BJP ਨਾਲ ਰਲੇ ਹੋਣ ਕਰਕੇ ਹਿੰਦੂ ਰਾਸ਼ਟਰ ਦੇ ਹੱਕ ਵਿੱਚ ਇਹ ਵੀ ਖੜਦੇ ਆ ਤੇ ਜਦੋਂ ਆਪਦੇ ਤੇ ਆਉਂਦੀ ਆ ਫਿਰ ਬੋਲਣ ਲੱਗਦੇ ਆ। ਇਹ ਸਿੱਖੀ ਸਪਿਰਿਟ ਹੈ, ਜਿਹੜੀ ਸਿੱਖੀ ਸਿਧਾਂਤ ਹੈ ਜਾਂ ਗੁਰੂਆਂ ਦਾ ਫਲਸਫਾ ਹੈ, ਉਹਦੇ ਮੁਤਾਬਕ ਨਾ SGPC ਕੰਮ ਕਰ ਰਹੀ ਹੈ, ਨਾ ਅਕਾਲੀ ਦਲ ਜਾਂ ਹੋਰ ਸਿੱਖ ਇੰਸਟੀਟਿਊਸ਼ਨਾਂ ਕਰ ਰਹੀਆਂ। ਜੇ ਕੱਲ ਨੂੰ ਇਹੀ ਅੱਗ ਆਪਣੇ ਘਰ ਵਿੱਚ ਆ ਗਈ ਫਿਰ ਵੀ ਇਹਦੇ ਕੋਈ ਸਬੂਤ ਦੀ ਲੋੜ ਹੀ ਨਹੀਂ, ਪਹਿਲਾਂ ਆ ਚੁੱਕੀ ਹੈ। ਦਰਬਾਰ ਸਾਹਿਬ ਉੱਤੇ ਹਮਲਾ ਅਕਾਲ ਤਖਤ ਢਹਿ ਚੁੱਕਿਆ ਹੈਗਾ, ਉਦੋਂ ਵੀ ਸਾਰਾ ਕੁਝ ਹੋ ਚੁੱਕਿਆ ਸਾਰਾ ਕੁਝ। ਫਿਰ ਸਿੱਖਾਂ ਦੀ ਪੱਗ ਕਰਕੇ ਦਿੱਲੀ ਵਿੱਚ ਮਾਰਿਆ ਗਿਆ। ਜਿਨ੍ਹਾਂ ਨੇ ਇੰਦਰਾ ਗਾਂਧੀ ਨਾਲ ਵੀ ਸੀ ਉਸ ਮੌਕੇ ਤੇ ਉਹ ਪੱਗ ਬੰਨੀ ਹੁੰਦੀ ਸੀ ਤੇ ਉਹਨਾਂ ਦੇ ਘਰ 'ਚ ਉਹਨਾਂ ਵਿਚਾਰਿਆਂ ਨੂੰ ਵੀ ਮਾਰਿਆ ਗਿਆ। ਇਹ ਖੜਦੇ ਤਾਂ ਨਹੀਂ ਕਿਉਂਕਿ ਅਕਾਲੀ ਦਲ ਨੇ ਇੱਕ ਤਰੀਕੇ ਨਾਲ BJP ਸਾਹਮਣੇ ਸਰੈਂਡਰ ਕੀਤਾ। ਅਨਕੰਡੀਸ਼ਨਲ ਸਪੋਰਟ ਕੀ ਹੁੰਦੀ ਹੈ ਕਿਸੇ ਪੋਲਿਟਿਕਸ ਵਿੱਚ? ਕਿਸੇ ਸ਼ਰਤਾਂ 'ਤੇ ਕਿਸੇ ਨੂੰ ਸਪੋਰਟ ਦਿੱਤੀ ਜਾਂਦੀ ਹੁੰਦੀ ਹੈ। ਅਨਕੰਡੀਸ਼ਨ ਦਾ ਮਤਲਬ ਵੀ ਸਾਡੀ ਸਰੈਂਡਰ ਹੈ। ਇਹ ਸਰੈਂਡਰ ਕੀਤੀ ਹੈ। ਇਹ 84 ਤੋਂ ਬਾਅਦ ਜਿਹੜਾ ਸਰੈਂਡਰ ਹੋਇਆ ਉਹ ਸਰੈਂਡਰ ਦਾ ਕਰਕੇ ਜਿਹੜੀ ਅਕਾਲੀ ਦਲ ਓਰੀਜਨਲ ਪਾਰਟੀ ਵੀ ਨਹੀਂ ਰਹੀ। SGPC ਨੂੰ ਹੁਣ ਇਨਡਾਇਰੈਕਟਲੀ ਦਿੱਲੀ ਚਲਾਉਂਦਾ। ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਮਹੰਤ ਤੁਸੀਂ 1920 'ਚ ਤਾਂ ਕੱਢਦੇ ਸੀ ਗੁਰਦੁਆਰਿਆਂ 'ਚੋਂ, ਨਵੇਂ ਮਹੰਤਾਂ ਨੂੰ ਕੱਢ ਕੇ ਦੇਖੋ ਜਿਹੜੇ ਦੂਰੋਂ ਹੀ ਤੁਹਾਨੂੰ ਕੰਟਰੋਲ ਕਰਦੇ ਆ, ਰਿਮੋਟ ਕੰਟਰੋਲ ਕਰਦੇ ਆ। ਇਸ ਦਿਨਾਂ ਵਿੱਚ ਬਹੁਤ ਚਰਚਾ ਬਣੀ ਹੋਈ ਹੈ ਧਰਮ ਨੂੰ ਲੈ ਕੇ, ਕਿਉਂਕਿ ਸਭ ਤੋਂ ਵੱਡਾ ਮਸਲਾ ਹੁੰਦਾ ਹੈ ਪਹਿਰਾਵੇ ਨੂੰ ਲੈ ਕੇ। ਪਹਿਰਾਵੇ ਨੂੰ ਲੈ ਕੇ ਕਰਨਾਟਕਾ ਵਿੱਚ ਜੋ ਪਿਛਲੇ ਕੁਝ ਦਿਨਾਂ ਵਿੱਚ ਵਾਪਰਿਆ ਉਸ ਉੱਪਰ ਅਲੱਗ-ਅਲੱਗ ਤਰੀਕੇ ਨਾਲ ਅਲੱਗ-ਅਲੱਗ ਬੁੱਧੀਜੀਵੀ ਆਪਣੀ ਗੱਲ ਰੱਖਦੇ ਆਏ ਨੇ। ਹਿਜਾਬ ਨੂੰ ਲੈ ਕੇ ਜਿਸ ਤਰੀਕੇ ਨਾਲ ਕਈ ਲੋਕਾਂ ਨੇ ਵਿਰੋਧ ਕੀਤਾ ਵੀ ਕਿਉਂ ਇੱਕ ਮੁਸਲਿਮ ਲੜਕੀ ਹਿਜਾਬ ਪਹਿਨ ਕੇ ਸਕੂਲ ਵਿੱਚ ਆਉਂਦੀ ਹੈ, ਕਿ ਵਾਕਈ ਹੀ ਉਸ ਮੁਸਲਿਮ ਕੁੜੀ ਤੋਂ ਬਾਅਦ ਹੁਣ ਸਿੱਖ ਕੁੜੀ ਦੀ ਵਾਰੀ ਜਦੋਂ ਆਈ, ਜਦੋਂ ਉਸ ਨੂੰ ਮਨਾ ਕਰ ਦਿੱਤਾ ਗਿਆ ਕਿ ਉਹ ਦਸਤਾਰ ਪਹਿਨ ਕੇ ਸਕੂਲ ਨਹੀਂ ਆਏਗੀ, ਮਾਂ-ਬਾਪ ਨੇ ਫਿਰ ਵੀ ਕਿਹਾ ਕਿ ਬੇਟੀ ਸਾਡੀ ਦਸਤਾਰ ਪਹਿਨ ਕੇ ਹੀ ਸਕੂਲ ਜਾਏਗੀ, ਕਾਨੂੰਨ ਦਾ ਸਹਾਰਾ ਲਾਇਆ ਜਾਂਦਾ। ਅਤੇ ਸਾਡੇ ਨਾਲ ਮੌਜੂਦ ਨੇ ਜਸਪਾਲ ਸਿੰਘ ਸਿੱਧੂ, ਪੱਤਰਕਾਰ ਵੀ ਰਹਿ ਚੁੱਕੇ ਨੇ ਅਤੇ ਬੁੱਧੀਜੀਵੀ ਨੇ, ਕਿਤਾਬਾਂ ਵੀ ਲਿਖਦੇ ਨੇ, ਚਰਚਾ ਵੀ ਕਰਦੇ ਨੇ। ਅਤੇ ਅਹਿਮ ਸਵਾਲ ਇਹ ਹੋਊਗਾ ਮੁਸਲਿਮ ਲੜਕੀ ਤੋਂ ਬਾਅਦ ਜਦੋਂ ਉਸ ਤੋਂ ਬਾਅਦ ਇੱਕ ਚਰਚਾ ਛਿੜੀ ਕਿ ਕੱਲ੍ਹ ਨੂੰ ਕਿਸ ਦੀ ਵਾਰੀ ਆਊਗੀ, ਫਿਰ ਸਿੱਖਾਂ ਦੀ ਕੁੜੀ ਨੂੰ ਮਨਾ ਕਰ ਦਿੱਤਾ ਗਿਆ ਕਿ ਉਹ ਪੱਗ ਬੰਨ੍ਹ ਕੇ ਸਕੂਲ 'ਚ ਨਹੀਂ ਆਏਗੀ। ਇਹ ਕਿਉਂ ਹੋਇਆ? ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ ਧਰਮ ਦੇ ਮੁੱਦਿਆਂ ਨੂੰ ਲੈ ਕੇ, ਖਾਸ ਕਰਕੇ ਸਿੱਖਿਆ ਅਦਾਰਿਆਂ ਦੇ ਵਿੱਚ? ਜਸਪਾਲ ਸਿੰਘ ਸਿੱਧੂ ਸਾਡੇ ਨਾਲ ਨੇ। ਸਰ ਬਹੁਤ ਬਹੁਤ ਸਵਾਗਤ ਹੈ ਪੰਜਾਬ ਨਿਊਜ਼ 'ਤੇ। ਧੰਨਵਾਦ। ਦੇਖੋ ਜੀ, ਜਿਹੜੀ ਮੈਂ 47 ਤੋਂ ਪਹਿਲਾਂ ਜਾਣਾ ਚਾਹੁੰਦਾ ਇੱਕ ਇਸ ਨੁਕਤੇ 'ਤੇ ਵੀ ਦੇਸ਼ ਦੀ ਵੰਡ ਜਿਹੜੀ ਹੋਈ ਹੈ ਇਹ ਹੋਈ ਇਸੇ ਫਿਰਕਾ ਪ੍ਰਸਤੀ ਦੇ ਨਾਂ 'ਤੇ ਹੈ। ਜਿਹੜੀ ਪੋਲੀਟਿਕਸ ਵੱਖਰੀ ਸੀ, ਦੋ ਧਿਰਾਂ ਦੀ ਵੱਖਰੀ ਪੋਲੀਟਿਕਸ ਸੀ ਆਪਸ ਵਿੱਚ ਦੀ। ਉਹਨਾਂ ਦੀ ਮੁਸਲਿਮ ਲੀਗ ਤੇ ਕਾਂਗਰਸ ਦੀ ਪੋਲੀਟਿਕਸ ਦਾ ਸਮਝੌਤਾ ਨਾ ਹੋ ਸਕਿਆ, ਆਪਸ ਵਿੱਚ ਦੀ ਕੋਈ ਕੋਐਗਜ਼ਿਸਟੈਂਸ ਉਹਨਾਂ ਦੀ ਹੋ ਨਾ ਸਕੀ, ਤਾਂ ਉਹਨਾਂ ਨੇ ਫਿਰ ਧਰਮ ਨੂੰ ਦੋਨਾਂ ਨੇ ਐਕਸਪਲੈਟ ਕਰਕੇ ਧਰਮ ਨੂੰ ਉਭਾਰ ਕੇ ਦੋਨਾਂ ਨੇ ਆਪਣੇ ਹਿੰਦੂ ਧਰਮ ਤੇ ਮੁਸਲਮਾਨ ਧਰਮ ਤੇ ਫਿਰ ਦੇਸ਼ ਦੀ ਵੰਡ ਕਰਾਤੀ। ਉਹ ਵੰਡ ਹੈ ਜਿਹੜੀ ਉਹਦੇ ਵਿੱਚ 10 ਲੱਖ ਬੰਦਾ ਮਰਿਆ ਤੇ ਘੱਟੋ ਘੱਟ 1 ਕਰੋੜ ਲੋਕ ਘਰੋਂ ਬੇਘਰ ਹੋਏ। ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਆ, ਬੰਗਾਲ 'ਚ ਵੀ ਇਹੀ ਸਾਰਾ ਕੁਝ ਹੋਇਆ ਪਰ ਘੱਟ ਹੋਇਆ ਉੱਥੇ। ਹੁਣ ਸਵਾਲ ਇਹ ਵੀ ਸਾਡੇ ਦੇਸ਼ ਦੀ ਰਾਜਨੀਤੀ ਉਸੇ ਕਿਸਮ ਦੀ ਫਿਰਕਾ ਪ੍ਰਸਤ ਵਾਲੀ ਰਾਜਨੀਤੀ ਜਿਹਦੇ ਰਾਹੀਂ ਤੁਸੀਂ ਹਰੇਕ ਆਪਦੀ ਕਮਿਊਨਿਟੀ ਨੂੰ ਆਪਦੇ ਭਾਈਚਾਰੇ ਨੂੰ ਇਕੱਠਾ ਕਰਦਾ, ਉਹ ਚਲਦੀ ਤੁਰੀ ਆ ਰਹੀ ਹੈ। ਅਤੇ ਗਾਂਧੀ ਨੇ, ਮਹਾਤਮਾ ਗਾਂਧੀ ਨੇ ਪਹਿਲਾਂ ਪੂਨਾ ਪੈਕਟ 1932 'ਚ ਹੋਇਆ ਸੀ। ਉਸ ਪੂਨਾ ਪੈਕਟ ਦੇ ਰਾਹੀਂ ਵੀ ਹਿੰਦੂ ਸਮਾਜ ਦੇ ਥੱਲੇ ਸਾਰੇ ਅਛੂਤਾਂ ਨੂੰ ਲਿਆ ਕੇ ਅਤੇ ਉਦੋਂ ਸਮਾਜ ਵੱਡਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਵੀ ਕੋਸ਼ਿਸ਼ ਹੋਈ ਸੀ, ਉਸ ਤੋਂ ਬਾਅਦ ਲਗਾਤਾਰ ਚੱਲਦੀ ਆ ਰਹੀ ਹੈ। ਕਾਂਗਰਸ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ, ਬੇਸ਼ੱਕ ਸਾਡਾ ਰਿਲੀਜਨ ਜਿਹੜਾ ਕਨਸਟੀਟਿਊਸ਼ਨ ਆ ਉਹ ਸੈਕੂਲਰ ਹੈ, ਜਿਹਦੇ ਵਿੱਚ ਪੂਰੀ ਕਿਸੇ ਨੂੰ ਵੀ ਆਪਣਾ ਪਹਿਰਾਵਾ ਰੱਖਣ ਦੀ ਇਜਾਜ਼ਤ ਹੈ,
ਤੇ ਫ੍ਰੀ ਐਕਸਪ੍ਰੈਸ਼ਨ ਵੀ ਹੈ, ਸਾਰਾ ਇਹ ਕਨਸਟੀਟਿਊਸ਼ਨ ਸਾਨੂੰ ਦਿੰਦਾ ਹੈ ਸੰਵਿਧਾਨ ਦੇ ਮੁਤਾਬਕ। ਪਰ ਇਹ ਜਦੋਂ ਪ੍ਰੈਕਟੀਕਲੀ ਪੋਲੀਟਿਕਸ ਹੁੰਦੀ ਹੈ ਉਹਦੇ 'ਚ ਇਹ ਹੁੰਦਾ ਹੈ ਵੀ ਤੁਸੀਂ ਦੂਜੇ ਫਿਰਕੇ ਉੱਤੇ ਹਮਲਾ ਕਰੋ, ਦੂਜੇ ਫਿਰਕੇ ਦੀ ਧਾਰਮਿਕ ਪਹਿਚਾਣ ਉੱਤੇ ਹਮਲਾ ਕਰੋ। ਉਹਦੇ ਨਾਲ ਕੀ ਹੋਏਗਾ ਵੀ ਤੁਹਾਡਾ ਜਿਹੜਾ ਆਪ ਦਾ ਫਿਰਕਾ ਉਹ ਇਕੱਠਾ ਹੋ ਜਾਊਗਾ, ਜੁੜ ਜਾਊਗਾ। ਤੁਸੀਂ ਜਦੋਂ ਇਸ ਕਰਕੇ ਫਿਰ ਇਹ ਜਦੋਂ ਤੁਸੀਂ ਇੱਥੋਂ ਦਾ ਹਿੰਦੂ ਸਮਾਜ ਵੱਡਾ ਸਮਾਜ ਹੈ, ਉਸ ਲਈ ਕਾਂਗਰਸ ਨੇ ਵੀ ਉਸ ਨੂੰ ਇੱਕੋ ਪਾਸੇ ਰੱਖਣ ਦੀ, ਆਪਦੇ ਕਬਜ਼ੇ 'ਚ ਰੱਖਣ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਵਿੱਚ ਤਾਂ ਆਮ ਚੱਲਦਾ ਰਿਹਾ ਤੇ ਬਾਕੀ ਬਾਹਰ ਵੀ ਚੱਲਿਆ। ਤੇ ਇਸੇ ਕਰਕੇ ਫਿਰ ਜਦੋਂ ਤੁਸੀਂ ਦੂਜੇ ਫਿਰਕੇ ਉੱਤੇ ਸਵਾਲ ਉਠਾਉਂਦੇ ਹੋ ਤਾਂ ਕਾਂਗਰਸ ਖਾਸ ਕਰਕੇ ਬੀਜੇਪੀ ਨੇ ਇਹੀ ਸਵਾਲ ਉਠਾਏ ਬੜੇ ਜ਼ੋਰ ਸ਼ੋਰ ਨਾਲ। ਉਹਨੇ ਜਦੋਂ ਹਿੰਦੂ ਸਮਾਜ ਨੂੰ ਇਕੱਠਾ ਕਰਨਾ ਸੀਗਾ, ਆਪਾਂ ਹੁਣ ਮੁੱਕਦੀ ਗੱਲ ਤੇ ਆਉਣਾ, ਤਾਂ ਉਹਨਾਂ ਨੇ ਇਸੇ ਕਰਨਾਟਕਾ ਵਿੱਚ ਪਹਿਲਾਂ ਲਵ ਜਹਾਦ ਦਾ ਮਸਲਾ ਸ਼ੁਰੂ ਹੋਇਆ। ਲਵ ਜਹਾਦ ਦੇ ਮਸਲੇ ਦੇ ਪਿੱਛੋਂ ਫਿਰ ਇਹਨਾਂ ਨੇ ਹੁਣ ਇੱਥੇ ਟ੍ਰਿਪਲ ਤਲਾਕ ਦਾ ਕੀਤਾ। ਟ੍ਰਿਪਲ ਤਲਾਕ ਉੱਤੇ ਤਾਂ ਕਾਨੂੰਨ ਵੀ ਬਣਾਤੇ। ਹੁਣ ਇਹ ਨਹੀਂ ਹੈ ਵੀ ਟ੍ਰਿਪਲ ਤਲਾਕ ਨਾਲ ਕੋਈ ਮੁਸਲਮਾਨਾਂ ਨੂੰ ਫਾਇਦਾ ਹੋਊ ਜਾਂ ਹਿੰਦੂਆਂ ਨੂੰ ਕਿਸੇ ਉਹ ਟ੍ਰਿਪਲ 3 ਵਾਲੀ ਤਲਾਕ ਕਹਿ ਕੇ ਤਲਾਕ ਦੇ ਸਕਦੇ ਆ। ਇਹਦਾ ਕੋਈ ਹਿੰਦੂਆਂ 'ਤੇ ਜਾਂ ਵੱਡੇ ਸਮਾਜ 'ਤੇ ਇੰਡੀਆ ਦੇ ਕਿਤੇ ਕੋਈ ਅਸਰ ਸੀ, ਇਹ ਨਹੀਂ ਸੀ। ਇਹ ਰੌਲਾ ਖੜਾ ਕਰਕੇ ਉਸ ਮੁਸਲਮਾਨ ਫਿਰਕੇ ਨੂੰ ਛੋਟਾ ਦਿਖਾਉਣਾ ਸੀ ਤੇ ਹਿੰਦੂ ਫਿਰਕੇ ਅੰਦਰ ਇਸ ਕਿਸਮ ਦੀ ਭਾਵਨਾ ਦੇਣੀ ਸੀ ਤੁਸੀਂ ਬਹੁਤ ਤਕੜਿਆਂ ਤੇ ਇਕੱਠੇ ਹੋ ਜਾਓ, ਤੇ ਇਕੱਠੇ ਹੋ ਵੀ ਜਾਂਦੇ ਆ। ਸਾਰਾ ਇਸ ਗੱਲ ਦੀ ਭਾਵਨਾ ਵੀ ਹੁੰਦੀ ਹੈ ਤੇ ਇਹ ਸਾਰਾ ਕੁਝ ਕਰਦਾ ਹੈ। ਉਸੇ 'ਚੋਂ ਹੀ ਜਿਹੜਾ ਹਿਜਾਬ ਦਾ ਕੇਸ ਹੈ, ਜਿਹੜਾ ਲੇਟੈਸਟ ਹੈ, ਉਸੇ 'ਚੋਂ ਨਿਕਲਿਆਗਾ। ਸਰ ਹੁਣ ਇੱਕ ਅਹਿਮ ਸਵਾਲ ਹੁੰਦਾ ਕਿ ਸਿੱਖਿਆ ਦੇ ਦਾਇਰੇ ਵਿੱਚ ਕੀ ਕਦੀ ਹੋਇਆ 47 ਤੋਂ ਬਾਅਦ, ਕਿਉਂਕਿ ਬੱਚਿਆਂ ਨੂੰ ਕਿੰਨਾ ਕੁ ਪਤਾ ਹੁੰਦਾ, ਠੀਕ ਹੈ ਧਰਮ ਦੇ ਬਾਰੇ ਤਾਂ ਪਤਾ, ਪਰ ਬੱਚੇ ਕਿੰਨੀ ਕੁ ਡਿਬੇਟ ਕਰ ਲੈਣਗੇ ਧਰਮ ਦੇ ਨਾਂ ਨੂੰ ਲੈ ਕੇ, ਕੀ ਗੱਲ ਸਹੀ ਹੈ? ਨਹੀਂ, ਧਰਮ ਦੇ ਨਾਂ 'ਤੇ ਡਿਬੇਟ ਦਾ ਨਹੀਂ, ਧਰਮ ਤਾਂ ਦੂਜੇ ਨਾਂ 'ਤੇ ਹੁੰਦਾ ਵੀ ਜਿਹੜੇ ਸਿੱਖ ਪਰਿਵਾਰਾਂ 'ਚ ਪੈਦਾ ਹੁੰਦੇ ਆ ਉਹਨਾਂ ਨੂੰ ਆਟੋਮੈਟਿਕਲੀ ਪੱਗ ਬੰਨ੍ਹਣ ਲੱਗ ਜਾਂਦੇ ਆ ਜਾਂ ਸਿੱਖ ਭੇਸ ਵਿੱਚ ਰਹਿਣ ਲੱਗ ਜਾਂਦੇ ਆ। ਹਿੰਦੂ ਪਰਿਵਾਰ 'ਚ ਰਹਿਣ ਵਾਲਾ ਹਿੰਦੂ ਵਾਲੀ ਸਾਈਡ 'ਤੇ ਉਹਨੂੰ ਕੁਦਰਤੀ ਤੌਰ ਉੱਤੇ ਇਹ ਸਾਰਾ ਮਿਲ ਜਾਂਦਾ। ਇਸਲਾਮ 'ਚ ਰਹਿੰਦੇ, ਇਸਲਾਮ ਹੈ, ਮੁਸਲਮਾਨ ਹੈ, ਉਹਨਾਂ ਦੇ ਆਪਣੇ ਆਪ ਕਹਿਣ ਦੀ ਲੋੜ ਨਹੀਂ। ਜਿਹੜਾ ਸਾਰਾ ਮਸਜਿਦ ਜਾਣਾ, ਮਸੀਤ ਜਾਣਾ ਤੇ ਇਹ ਨਮਾਜ਼ ਪੜ੍ਹਨੀ, ਇਹ ਸਾਰਾ ਜਿਹੜਾ ਉਹਨਾਂ ਦਾ ਰਹਿਣ ਸਹਿਣ ਦਾ ਢੰਗ ਹੈ ਤੇ ਜਿਹੜਾ ਉਹਨਾਂ ਦਾ ਪਹਿਚਾਣ ਹੈ, ਧਾਰਮਿਕ ਪਹਿਚਾਣ, ਸਿਰ 'ਤੇ ਟੋਪੀ ਤੇ ਲੇਡੀਜ਼ ਦੇ ਉੱਤੇ ਹਿਜਾਬ ਜਾਂ ਬੁਰਕਾ, ਇਹ ਸਾਰਾ ਕੁਝ ਉਹਨਾਂ ਨੂੰ ਸੁੱਤੇ ਸੁੱਧੀ ਮਿਲ ਜਾਂਦਾ ਆਪਣੇ ਆਪ ਹੀ। ਉਹਨਾਂ ਨੂੰ ਐਫਰਟਸ ਕਰਨ ਦੀ ਲੋੜ ਨਹੀਂ, ਜਿਵੇਂ ਹਿੰਦੂਆਂ ਨੂੰ ਐਫਰਟਸ ਕਰਨ ਦੀ ਆਪਦੀ ਲੋੜ ਨਹੀਂ। ਉਹਨਾਂ ਦਾ ਜਿਹੜਾ ਰੀਤੀ ਰਿਵਾਜ ਆ ਉਹਨਾਂ ਦੇ ਕੋਲੇ ਆ ਜਾਂਦੇ ਆ। ਸਿੱਖਾਂ ਨੂੰ ਕੋਈ ਸਿਖਾਉਂਦਾ ਨਹੀਂ ਵੀ ਤੁਸੀਂ ਪੱਗ ਬੰਨ੍ਹਣੀ ਹੈ ਤੇ ਜਾਂ ਤੁਸੀਂ ਦਾੜੀ ਕੇਸ ਰੱਖਣੀ ਹੈ ਤੇ ਇਹ ਸਾਰਾ ਕੁਝ ਗੁਰਦੁਆਰੇ ਜਾਣਾ, ਇਹ ਸਾਰਾ ਕੁਝ ਆਪਣੇ ਧਰਮ। ਪਰ ਇਸੇ ਕਰਕੇ ਇੱਕ ਸੈਕੂਲਰ ਸੁਸਾਇਟੀ ਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਦੇ ਮੁਤਾਬਕ ਜਾਂ ਜਮਹੂਰੀਅਤ ਵਿੱਚ ਇਹ ਕਾਨੂੰਨ ਬਣਾਇਆ ਜਾਂਦਾ ਵੀ ਤੁਹਾਨੂੰ ਇਜਾਜ਼ਤ ਹੈ। ਪਰ ਜਦੋਂ ਕਿਸੇ ਨੂੰ ਤੁਸੀਂ ਨੀਚਾ ਦਿਖਾਉਂਦੇ ਹੋ ਤਾਂ ਉਹਦੇ ਨਾਲ ਤੁਸੀਂ ਆਪਣੀਆਂ ਵੋਟਾਂ ਇਕੱਠੀਆਂ ਕਰਦੇ ਹੋ, ਵੋਟ ਬੈਂਕ ਦੀ ਪੋਲਿਟਿਕਸ ਕਰਦੇ ਹੋ ਤੇ ਨਾਲ ਦੀ ਨਾਲ ਤੁਸੀਂ ਫਿਰ ਦੂਜੇ ਨੂੰ ਨੀਚਾ ਦਿਖਾ ਕੇ ਆਪਣੇ ਸਮਾਜ ਨੂੰ ਵੱਡੀ ਇੱਕ ਹਵਾ ਵੀ ਦਿੰਦੇ ਹੋ ਤੇ ਉਹਨੂੰ ਇਕੱਠਾ ਵੀ ਕਰਦੇ ਹੋ। ਇਹ ਸਾਡੇ ਦੇਸ਼ ਦੇ ਵਿੱਚ ਇਹ ਪੋਲੀਟਿਕਸ 47 ਤੋਂ ਪਹਿਲਾਂ ਦੀ ਸ਼ੁਰੂ ਹੋਈ ਹੈ, ਜਿਹੜੀ ਅੱਜ ਤੱਕ ਚੱਲੀ ਆ ਰਹੀ ਹੈ। ਇੰਦਰਾ ਨੇ ਸ਼ੁਰੂ ਕੀਤੀ ਸੀ ਕਾਫੀ ਹੱਦ ਤੱਕ, ਜਿਹੜਾ ਸਿੱਖਾਂ ਨੂੰ ਟਾਰਗੇਟ ਕਰਕੇ ਪਾਸੇ ਤੇ 84 ਹੋਇਆ, ਨਵੰਬਰ 84 ਹੋਇਆ, ਉਹਦੇ ਦੇ ਪਿੱਛੇ ਉਹਨੇ ਜ਼ਮੀਨ ਤਿਆਰ ਕਰਤੀ ਸੀ ਕਾਫੀ ਜ਼ਿਆਦਾ। ਉਹਦੇ ਉੱਤੇ ਫਿਰ ਮੋਦੀ ਦੀ ਜਿਹੜੀ ਆ ਫਸਲ ਹੈ ਉਹ ਕੱਟੀ ਗਈ ਆ। ਹੁਣ ਜਿਹੜਾ ਉਹਨਾਂ ਨੇ ਹਜੇ ਵੀ ਸ਼ੁਰੂ ਰੱਖਿਆ ਸਾਰਾ ਕੁਝ। ਹੁਣ ਕਰਨਾਟਕਾ ਸਾਊਥ ਕਦੇ ਵੀ ਇੰਨਾ ਜ਼ਿਆਦਾ ਕਮਿਊਨਲ ਜਾਂ ਫਿਰਕਾ ਪ੍ਰਸਤ ਨਹੀਂ ਸੀਗਾ, ਕਦੇ ਵੀ ਨਹੀਂ ਰਿਹਾ ਜਿਵੇਂ ਨਾਰਥ ਰਿਹਾ। ਸਾਡੇ ਤਾਂ ਵੰਡ ਹੋਈ ਹੈ, ਪੰਜਾਬ ਦੀ ਵੰਡ ਹੋਈ ਹੈ। ਇੱਧਰਲੇ ਪਾਸੇ ਜਿਹੜਾ ਸਾਡਾ ਇਹ ਦੇਸ਼ ਦਾ ਹਿੱਸਾ ਹੈ, ਇਹਦੇ ਵਿੱਚ ਫਿਰਕਾ ਪ੍ਰਸਤੀ ਵੱਲ ਤਾਂ ਕਤਲੇਆਮ ਹੋਇਆ, ਉੱਥੇ ਘੱਟ ਹੋਇਆ, ਬਹੁਤ ਘੱਟ ਕੰਪੈਰੇਟਿਵ। ਹੁਣ ਉਸ ਨੂੰ ਤਿਆਰ ਕਰਕੇ ਬੀਜੇਪੀ ਆਪਣੀ ਜ਼ਮੀਨ ਤਿਆਰ ਕਰ ਰਹੀ ਹੈ, ਆਪਣਾ ਬੇਸ ਤਿਆਰ ਕਰ ਰਹੀ ਹੈ, ਧਰਮ ਦੇ ਨਾਂ ਦੇ ਉੱਤੇ, ਧਰਮ ਦੇ ਨਾਂ ਉੱਤੇ ਬੇਸ ਤਿਆਰ ਕਰ ਰਿਹਾ ਹੈ। ਸਾਰਾ ਕੁਝ ਇਹਦੇ ਪਿੱਛੇ ਪੋਲੀਟਿਕਸ, ਗੱਲ ਸਾਰੀ ਆਪਦੀ ਪੋਲੀਟੀਕਲ ਬੇਸ ਵਧਾਉਣਾ ਹੈ। ਇਸੇ ਕਰਕੇ ਅਸੀਂ 47 ਦੇ ਬਾਰੇ ਵੀ ਕਹਿੰਦੇ ਹਾਂ, ਵੰਡ ਦੇ ਬਾਰੇ ਵੀ ਇਹ ਪੋਲੀਟੀਕਲ ਵੰਡ ਸੀ। ਇਸ ਨੂੰ ਪੋਲੀਟੀਕਲ ਵੰਡ ਨੂੰ ਕਰਨ ਲਈ ਉਹਨਾਂ ਨੇ ਮੁਸਲਮਾਨ ਹਿੰਦੂ ਮੁਸਲਮਾਨ ਇੱਕ ਪਾਸੇ, ਹਿੰਦੂ ਸਿੱਖ ਇੱਕ ਪਾਸੇ, ਇਹ ਗੱਲ ਨੂੰ ਭੜਕਾ ਕੇ ਕਿੰਨੇ ਕਤਲੇਆਮ ਕਰਵਾਇਆ ਸੀ। ਉਹ ਜਿਹੜੀ ਭਾਵਨਾ ਜਾਂ ਪੋਲੀਟਿਕਸ ਵਿੱਚ ਰਿਲੀਜਨ ਨੂੰ ਵਰਤਣਾ ਸਿਆਸੀ ਮਕਸਦ ਲਈ ਉਹ ਚੱਲਦਾ ਆ ਰਿਹਾ। ਹੁਣ ਰਹਿ ਗਈ ਸਿੱਖਾਂ ਦੀ ਗੱਲ। ਸਿੱਖਾਂ ਦੀ ਇੱਕ ਸਿੱਖ ਮਿਨੋਰਿਟੀ ਹੈ, ਮੁਸਲਮਾਨ ਮਿਨੋਰਿਟੀ ਹੈ। ਮੁਸਲਮਾਨ ਮਿਨੋਰਿਟੀ ਵੱਡੀ ਹੈ ਤੇ ਪਰ ਸਾਰੇ ਦੇਸ਼ ਵਿੱਚ ਖਿੰਡੀ ਹੋਈ ਹੈ। ਉਹ 18 ਕਰੋੜ ਉਹਦੀ ਪਾਪੂਲੇਸ਼ਨ ਹੈ ਤੇ 15-16% ਉੱਪਰ ਉਹਨਾਂ ਦੀ ਪਾਪੂਲੇਸ਼ਨ
ਪਰਸੈਂਟੇਜ ਦੇ ਹਿਸਾਬ ਨਾਲ ਬਣਦੀ ਹੈ। ਸਿੱਖ ਸਾਰੇ 2 ਕਰੋੜ 2.5 ਕਰੋੜ ਪਾਪੂਲੇਸ਼ਨ ਹੈ ਤੇ 2 ਕਰੋੜ ਦੇ 2% ਦੇ ਆਸ-ਪਾਸ ਇਹਨਾਂ ਦੀ ਪਾਪੂਲੇਸ਼ਨ ਹੈ। ਇਹਨਾਂ ਨੇ ਕਦੇ ਵੀ ਮਿਨੋਰਿਟੀ ਦੇ ਹੱਕ ਵਿੱਚ ਇਹਨਾਂ ਦੇ ਐਸਜੀਪੀਸੀ ਨੇ, ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ, ਅਕਾਲੀ ਦਲ ਨੇ ਕਦੇ ਵੀ ਮਿਨੋਰਿਟੀ ਦੇ ਹੱਕ ਵਿੱਚ ਆਪਣੇ ਆਪ ਨੂੰ ਮਿਨੋਰਿਟੀ ਸਮਝ ਕੇ ਦੂਜੀਆਂ ਮਿਨੋਰਿਟੀਆਂ ਦੇ ਸਪੋਰਟ ਵਿੱਚ ਨਹੀਂ ਕਦੇ ਆਏ, ਕਦੇ ਵੀ ਨਹੀਂ ਆਉਂਦੇ। ਅਸੀਂ ਇੱਥੋਂ ਕੇਂਦਰੀ ਸਿੰਘ ਸਭਾ 14 ਫਰਵਰੀ ਨੂੰ ਹੀ ਅਸੀਂ ਇੱਥੋਂ ਸਟੇਟਮੈਂਟ ਜਾਰੀ ਕਰਤੀ ਸੀ, ਜਦੋਂ ਹਿਜਾਬ ਦਾ ਬਹੁਤ ਜ਼ਿਆਦਾ ਰੌਲਾ ਪਿਆ ਸੀ ਕਰਨਾਟਕਾ ਦੇ ਵਿੱਚ, ਵੀ ਇਹ ਜਿਹੜਾ ਮਸਲਾ ਹੈ, ਜਿਹੜਾ ਹਿਜਾਬ ਦੇ ਵਿਰੁੱਧ ਬੈਨ ਲਾਇਆ, ਪ੍ਰਤੀਬੰਧ ਲਾਇਆ, ਇਹ ਬੈਨ ਸਿੱਖਾਂ ਤੱਕ ਵੀ ਪਹੁੰਚ ਜੂ, ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਤੱਕ ਤੇ ਨਿਸ਼ਾਨ ਉਹਨਾਂ ਦੇ ਪਹਿਚਾਣ ਤੱਕ ਪਹੁੰਚ ਜਾਏਗਾ। ਤੇ ਸਾਡੀ ਗੱਲ ਸੱਚ ਨਿਕਲੀ, ਪਹੁੰਚ ਗਿਆ। ਪਰ ਹੁਣ ਐਸਜੀਪੀਸੀ ਨੇ ਅੱਜ ਹੀ ਬਿਆਨ ਛਪਿਆ, ਉਹਦਾ ਕੱਲ ਦਿੱਤਾ ਉਹਨਾਂ ਨੇ ਬਿਆਨ, ਵੀ ਇਹ ਬਹੁਤ ਮਾੜੀ ਗੱਲ ਹੈ। ਇੱਕ ਲੜਕੀ ਹੈ ਜਿਹੜੀ ਉੱਥੋਂ ਦੇ ਕਾਲਜ 'ਚ ਪੜ੍ਹਦੀ ਸੀਗੀ, ਕਿਤੇ ਕਾਲਜ ਦੇ ਵਿੱਚ ਕ੍ਰਿਸਚਨ ਕਾਲਜ ਹੈ, ਤੇ ਉਹਦੇ ਵਿੱਚ ਉਹ ਕੇਸ ਕੀ ਬਣਦੀ ਸੀ, ਜਿਹਨੂੰ ਕਿਤੇ ਦਸਤਾਰ ਵੀ ਕਹਿ ਦਿੰਦੇ ਆ, ਤੇ ਕੇਸ ਕੀ ਕਹਿੰਦੇ ਆ ਇੱਥੇ ਪੰਜਾਬ ਵਿੱਚ ਜ਼ਿਆਦਾ, ਬਾਹਰ ਦਸਤਾਰ ਕਹਿ ਦਿੰਦੇ ਆ। ਉਹ ਬੰਨ੍ਹ ਕੇ ਉਹ ਸਾਰਾ ਪਰਿਵਾਰ, ਉਹਦੀਆਂ 2 ਭੈਣਾਂ ਵੀ ਆ, ਉਹ ਵੀ ਕੇਸ ਕੀ ਬਣਦੀਆਂ, ਉਹ ਲੜਕਾ ਵੀ, ਸਾਰਾ ਪਰਿਵਾਰ ਉਹ ਅੰਮ੍ਰਿਤਧਾਰੀ ਹੈ। ਤੇ ਉਹ ਕੇਂਦਰੀ ਸਿੰਘ ਸਭਾ ਦੀ ਉੱਥੇ ਗੁਰਦੁਆਰੇ ਨਾਲ ਉਹਨਾਂ ਦਾ ਮੈਨੇਜਮੈਂਟ ਨਾਲ ਉਹਨਾਂ ਦਾ ਫਾਦਰ ਜੁੜਿਆ ਹੋਇਆ, ਇਸ ਕਰਕੇ ਸਾਨੂੰ ਕੇਂਦਰੀ ਸਿੰਘ ਸਭਾ ਵੱਲੋਂ ਜ਼ਿਆਦਾ ਪਤਾ ਹੈ। ਤੇ ਉਸ ਨੂੰ ਰੋਕਤਾ, ਮੈਨੇਜਮੈਂਟ ਨੇ ਸੱਦਿਆ, ਮੈਨੇਜਮੈਂਟ ਦੇ ਪ੍ਰਧਾਨ ਨੇ, ਉਹਨਾਂ ਦੇ ਕਾਲਜ ਦੇ ਪ੍ਰਧਾਨ ਨੇ ਸੱਦ ਕੇ ਕਿਹਾ ਵੀ ਤੂੰ ਕੇਸ ਕੀ ਉਤਾਰ ਦਿਓ, ਕਹਿੰਦੀ ਮੈਂ ਨਹੀਂ ਉਤਾਰੂੰਗੀ, ਇਹ ਮੇਰੇ ਸਿੱਖ ਮਰਜ਼ਾਦਾ ਦਾ ਹਿੱਸਾ ਹੈ, ਅੰਮ੍ਰਿਤਧਾਰੀ ਹੋਣ ਦਾ ਇਹ ਹਿੱਸਾ ਹੈ, ਸਾਰਾ ਅੰਗ ਹੈ ਉਹਦਾ, ਮੈਂ ਨਹੀਂ ਉਤਾਰੂੰਗੀ। ਤਾਂ ਫਿਰ ਉਹਨੂੰ ਕਹਿੰਦੇ ਤੂੰ ਆ ਨਹੀਂ ਸਕਦੀ। ਤਾਂ ਬੇਸ਼ੱਕ ਹੁਣ ਉਹਨੂੰ ਕਹਿੰਦੇ ਇਜਾਜ਼ਤ ਦਿੱਤੀ, ਪਰ ਐਸਜੀਪੀਸੀ ਨੇ ਮਸਲਾ ਕੱਲਾ ਸਿੱਖਾਂ ਦਾ ਚੱਕਦੇ ਆ, ਜਦੋਂ ਕਿ ਮਸਲਾ ਸਿੱਖੀ ਹੈ ਜਿਹੜੀ, ਉਹ ਸਾਰੇ ਧਰਮਾਂ ਦਾ ਮਸਲਾ ਚੱਕਦੀ ਹੈ। ਜੇ ਹਿੰਦੂਆਂ ਦਾ ਕੋਈ ਮੰਦਿਰ ਤੋੜਿਆ ਜਾਵੇ ਉਹਦੇ ਵਿਰੁੱਧ ਵੀ ਹੈ, ਕਿਉਂਕਿ 9ਵੇਂ ਪਾਤਸ਼ਾਹ ਨੇ ਜਦੋਂ ਬ੍ਰਾਹਮਣ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਧੱਕੇ ਨਾਲ ਬਣਾਉਣ ਦੀ ਗੱਲ ਹੋਈ ਸੀ ਔਰੰਗਜ਼ੇਬ ਦੇ ਵੇਲੇ, ਤੇ ਉਹ ਫਿਰ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲੇ ਆਏ ਇੱਥੇ ਅਨੰਦਪੁਰ ਸਾਹਿਬ, ਤੇ ਫਿਰ ਉਹਨਾਂ ਦੇ ਨਾਲ ਜਾ ਕੇ ਸ਼ਹੀਦੀ ਦਿੱਤੀ ਹੈ, ਸ਼ਹੀਦੀ ਜਨੇਊ ਲਈ, ਤੇ ਜਨੇਊ ਲਈ ਦਿੱਤੀ ਆ, ਮਤਲਬ ਕਿ ਹਿੰਦੂ ਧਰਮ ਲਈ ਦਿੱਤੀ ਆ ਉੱਥੇ, ਵੀ ਤੁਸੀਂ ਹਿੰਦੂ ਰਹਿ ਸਕਦੇ ਹੋ, ਇਸ ਲਈ ਇਹ ਧਾਰਮਿਕ ਆਜ਼ਾਦੀ ਲਈ ਦਿੱਤੀ ਹੈ। ਤੇ ਇਸੇ ਕਰਕੇ ਮੁਸਲਮਾਨਾਂ ਦੀ ਆਜ਼ਾਦੀ ਦੇ ਧਾਰਮਿਕ ਗੱਲ ਉੱਤੇ ਜਦੋਂ ਮਸਲਾ ਅਟੈਕ ਹੁੰਦਾ ਤਾਂ ਸਿੱਖਾਂ ਦਾ ਫਰਜ਼ ਬਣਦਾ, ਕਿਉਂਕਿ 6ਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਨੇ ਉੱਥੇ ਬਕਾਇਦਾ, ਹਜੇ ਵੀ ਉਹ ਮਸਜਿਦ ਖੜੀ ਹੈ ਗੁਰਦਾਸਪੁਰ ਏਰੀਏ 'ਚ, ਉਹਨਾਂ ਨੇ ਬਕਾਇਦਾ ਹਜੇ ਵੀ ਗੁਰੂ ਦੀ ਮਸਜਿਦ ਕਹਿੰਦੇ, ਉਹਨਾਂ ਨੇ ਮਸਜਿਦ ਦੀ ਕੰਸਟਰਕਸ਼ਨ ਕਰਾਈ ਸੀ, ਤੋੜਤੀ ਸੀ ਕਿਸੇ ਨੇ। ਤੇ ਇਸ ਕਰਕੇ ਸਿੱਖਾਂ 'ਚ ਤਾਂ ਕਿਸੇ ਧਰਮ ਦੇ ਵਿਰੁੱਧ ਉਹਨਾਂ ਨੇ, ਕਿਸੇ ਧਰਮ 'ਤੇ ਧੱਕਾ ਹੋਵੇ ਉਹਦੇ ਹੱਕ, ਉਹਦੇ ਵਿਰੁੱਧ ਆਵਾਜ਼ ਉਠਾਉਣੀ ਹੁੰਦੀ ਹੈ। ਬਦਕਿਸਮਤੀ ਇਹ ਹੈ ਵੀ ਸਾਡੇ ਇੰਨੇ ਸਾਲ ਬਾਦਲ ਨੇ 25-30 ਸਾਲ ਮਸਜਿਦ ਗਿਰਾਈ ਸੀ, ਇੱਕ ਸ਼ਬਦ ਨਹੀਂ ਮੂੰਹੋਂ ਕੱਢਿਆ 1992 ਵਿੱਚ, ਤੇ ਫਿਰ ਕਿਸੇ ਨੇ ਕੁਝ ਨਹੀਂ ਕੀਤਾ। ਹੁਣ ਵੀ ਜਦੋਂ ਮੁਸਲਮਾਨਾਂ 'ਤੇ ਇੰਨੇ ਅਟੈਕ ਹੁੰਦੇ ਆ, ਤੇ ਆਹ ਸਾਰਾ ਜਿਹੜਾ ਇੱਥੇ ਘਟਨਾ ਹੋਈ ਆ ਹੁਣੇ, ਸਿਟੀਜ਼ਨ ਬਿੱਲ ਹੋਇਆ ਸੀ, ਇਹਦੇ ਤੇ ਕੋਈ ਨਹੀਂ ਬੋਲੇ, ਅਕਾਲੀ ਦਲ ਵਾਲੇ, ਐਸਜੀਪੀਸੀ ਵੀ ਨਹੀਂ ਬੋਲੀ। ਇਹ ਜਿਹੜਾ ਬੀਜੇਪੀ ਨਾਲ ਰਲੇ ਹੋਣ ਕਰਕੇ ਹਿੰਦੂ ਰਾਸ਼ਟਰ ਦੇ ਹੱਕ ਵਿੱਚ ਇਹ ਵੀ ਖੜ੍ਹਦੇ ਆ, ਤੇ ਜਦੋਂ ਆਪਦੇ ਤੇ ਆਉਂਦੀ ਆ ਫਿਰ ਬੋਲਣ ਲੱਗਦੇ ਆ। ਇਹ ਸਿੱਖੀ ਸਪਿਰਿਟ ਆ, ਜਿਹੜੀ ਸਿੱਖੀ ਸਿਧਾਂਤ ਹੈ ਜਾਂ ਗੁਰੂਆਂ ਦਾ ਫਲਸਫਾ ਹੈ, ਉਹਦੇ ਮੁਤਾਬਕ ਨਾ ਐਸਜੀਪੀਸੀ ਕੰਮ ਕਰ ਰਹੀ ਹੈ, ਨਾ ਅਕਾਲੀ ਦਲ ਜਾਂ ਹੋਰ ਸਿੱਖ ਇੰਸਟੀਟਿਊਸ਼ਨਾਂ ਕਰ ਰਹੀਆਂ। ਅਸੀਂ ਹਜੇ ਵੀ ਕਹਿੰਦੇ ਆ ਵੀ ਜਦੋਂ ਆਪਦੇ ਤੇ ਪੈਂਦੀ ਹੈ ਇਹ ਗੱਲ ਨਹੀਂ ਹੁੰਦੀ, ਸਵਾਲ ਹੈ ਵੀ ਸਿੱਖ ਹੈ ਕਿ ਨਾ, ਉਹ ਕਿਸੇ ਦੇ ਵਿਰੁੱਧ ਧਾਰਮਿਕ ਲੈਵਲ 'ਤੇ ਨਹੀਂ। ਉਹ ਸਿੱਖਾਂ ਦੇ ਗੁਰੂਆਂ ਨੇ ਤਾਂ ਆਜ਼ਾਦੀ, ਧਾਰਮਿਕ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ, ਤੇ ਜੇ ਤੁਸੀਂ ਇਹ ਨਹੀਂ ਸਮਝਦੇ ਤੁਸੀਂ ਸਿੱਖੀ ਦੇ ਵਿਰੁੱਧ ਕਰ ਰਹੇ ਹੋ। ਐਸਜੀਪੀਸੀ ਸਮੁੱਚੇ ਲੈਵਲ 'ਤੇ ਉਹ ਸਿੱਖੀ ਦੇ ਵਿਰੁੱਧ ਹੋ ਕੇ ਜਿਹੜੀ ਸਿਆਸੀ ਅਕਾਲੀ ਦਲ ਦੀ ਲਾਈਨ ਹੈ ਉਹਦੇ ਮੁਤਾਬਕ ਕੰਮ ਕਰਦੇ ਆ। ਜੇ ਅਕਾਲੀ ਦਲ ਬੀਜੇਪੀ ਨਾਲ ਸਾਂਝ ਹੈ ਤਾਂ ਉਹ ਬਿਲਕੁਲ ਹੀ ਬਾਬਰੀ ਮਸਜਿਦ ਦੇ ਢਾਉਣ ਉੱਤੇ ਬੋਲੇ ਨਹੀਂ। ਉਦੋਂ ਬਾਅਦ ਕਿੰਨਾ ਕੁਛ ਹੋ ਰਿਹਾ, ਲਿੰਚਿੰਗ ਵੀ ਹੋ ਰਹੀ ਆ ਮੁਸਲਮਾਨਾਂ ਦੀ, ਕਦੇ ਇੱਕ ਸ਼ਬਦ ਮੂੰਹੋਂ ਨਹੀਂ ਕੱਢਦੇ, ਸਪੋਰਟ ਕਰਦੇ ਆ ਉਲਟਾ। ਅੱਛਾ ਸਰ, ਹੁਣ ਇੱਕ ਅਹਿਮ ਸਵਾਲ ਹੈ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ, ਐਸਜੀਪੀਸੀ ਦਾ ਜ਼ਿਕਰ ਕਰ ਰਹੇ ਹੋ, ਅੱਜ ਇਹ ਘਟਨਾ ਕਰਨਾਟਕਾ ਵਿੱਚ ਹੋਈ ਗਈ ਹੈ। ਜੇ ਕੱਲ੍ਹ ਨੂੰ
ਚਲੋ ਪੰਜਾਬ ਇਸ ਘਟਨਾ ਤੋਂ ਬਹੁਤ ਦੂਰ ਹੈ। ਪੰਜਾਬ ਵਿੱਚ ਕਦੇ ਵੀ ਧਰਮ ਦੇ ਨਾਂ ਦੇ ਉੱਤੇ ਜਾਤ ਪਾਤ ਨੂੰ ਲੈ ਕੇ ਵੰਡੀਆਂ ਨਹੀਂ ਪਾਈਆਂ ਗਈਆਂ। ਪਰ ਇਹੀ ਗੱਲ ਜੇ ਇਹੀ ਅੱਗ ਕਰਨਾਟਕਾ ਦੀ ਪੰਜਾਬ ਵਿੱਚ ਆ ਜਾਂਦੀ ਹੈ, ਫਿਰ ਐਸਜੀਪੀਸੀ ਕਿਦੋਂ ਇਖਤਿਆਰ ਕਰੂਗਾ? ਤੁਸੀਂ ਕਹਿੰਦੇ ਕਿ ਬੋਲੇ ਨਹੀਂ ਹੋ, ਪਿਛਲੇ ਕਈ ਸਾਲਾਂ ਤੋਂ ਚੁੱਪ ਨੇ, ਬੋਲਦੇ ਨਹੀਂ ਪਏ। ਬਾਬਰੀ ਮਸਜਿਦ ਦੀ ਗੱਲ ਕੀਤੀ ਹੈ ਤੁਸੀਂ, ਜਾਂ ਹੋਰ ਵੀ ਘਟਨਾਵਾਂ ਹੋਈਆਂ ਨੇ। ਐਨਸੀਆਰ ਆਇਆ ਸੀ, ਬਿੱਲ ਆ ਗਏ ਸੀ, ਸ਼ਹੀਨ ਬਾਗ ਦਾ ਪ੍ਰੋਟੈਸਟ ਹੋਇਆ ਸੀ, ਤੁਸੀਂ ਕਹਿੰਦੇ ਵੀ ਨਹੀਂ ਜ਼ਿਕਰ ਕੀਤਾ। ਜੇ ਕੱਲ ਨੂੰ ਇਹੀ ਅੱਗ ਆਪਣੇ ਘਰ ਵਿੱਚ ਆ ਗਈ ਫਿਰ? ਉਹ ਬਈ ਇਹਦੇ ਕੋਈ ਸਬੂਤ ਦੀ ਲੋੜ ਹੀ ਨਹੀਂ, ਪਹਿਲਾਂ ਆ ਚੁੱਕੀ ਹੈ। ਦਰਬਾਰ ਸਾਹਿਬ ਉੱਤੇ ਹਮਲਾ, ਅਕਾਲ ਤਖਤ ਢਹਿ ਚੁੱਕਿਆ ਹੈਗਾ। ਉਦੋਂ ਵੀ ਸਾਰਾ ਕੁਝ ਹੋ ਚੁੱਕਿਆ, ਸਾਰਾ ਕੁਝ। ਫਿਰ ਸਿੱਖਾਂ ਦੀ ਪੱਗ ਕਰਕੇ ਦਿੱਲੀ ਵਿੱਚ ਮਾਰਿਆ ਗਿਆ। ਜਿਨ੍ਹਾਂ ਨੇ ਇੰਦਰਾ ਗਾਂਧੀ ਨਾਲ ਵੀ ਸੀ ਉਸ ਮੌਕੇ ਤੇ, ਉਹ ਪੱਗ ਬੰਨੀ ਹੁੰਦੀ ਸੀ ਤੇ ਉਹਨਾਂ ਦੇ ਘਰ 'ਚ ਉਹਨਾਂ ਨੂੰ ਵਿਚਾਰਿਆਂ ਨੂੰ ਵੀ ਮਾਰਿਆ ਗਿਆ। ਕਮਿਊਨਿਸਟ ਜਿਹੜੇ ਪੱਗ ਬੰਨ੍ਹ ਕੇ ਸੀ, ਤਾਂ ਕਿਸੇ ਧਰਮ 'ਚ ਵਿਸ਼ਵਾਸ ਦੇ, ਉਹਨਾਂ ਤੇ ਅਟੈਕ ਹੋਇਆ। ਦੇਖੋ, ਇਸ ਕਰਕੇ ਸਿੱਖਾਂ ਦੇ ਨਾਲ ਕੀ ਹੋ, ਸਿੱਖਾਂ ਨਾਲ ਤਾਂ ਹੋ ਚੁੱਕੀ ਹੈ। ਇਹਦੇ ਨੇ ਸਬਕ ਨਹੀਂ ਲਿਆ ਵੀ ਸਾਡੇ ਨਾਲ ਹੋ ਚੁੱਕਿਆ। ਇਸ ਕਰਕੇ ਇਹ ਧਾਰਮਿਕ ਜਿਹੜੇ ਚਿੰਨ੍ਹ ਹੈ, ਧਾਰਮਿਕ ਪਹਿਚਾਣ ਹੈ ਤੁਹਾਡੀ ਜਿਹੜੀ ਇਸ ਧਾਰਮਿਕ ਤੇ ਸੱਭਿਆਚਾਰਕ ਪਛਾਣ ਇਕੱਠੀ ਜੁੜੀ ਵੀ ਹੈ। ਤੁਸੀਂ ਇਸ ਨੂੰ ਇਹੋ ਜਿਹੀ ਜਿਹੜੀ ਪਹਿਚਾਣ ਦੇ ਵਿਰੁੱਧ ਕਿਸੇ ਵੀ ਫਿਰਕੇ ਉੱਤੇ ਅਟੈਕ ਹੁੰਦਾ ਤੇ ਸਿੱਖਾਂ ਨੂੰ ਚਾਹੀਦਾ ਵੀ ਉਹਦਾ ਵਿਰੋਧ ਕਰਨ, ਤੇ ਉਹ ਜਿਹੜਾ ਵਿਕਟਮ ਹੈ ਜਿਹਦੇ ਤੇ ਧੱਕਾ ਹੁੰਦਾ, ਉਹਦੇ ਨਾਲ ਖੜਨ। ਇਹ ਕਦੇ ਵੀ ਨਹੀਂ ਖੜਦੇ, ਇਸੇ ਕਰਕੇ ਮਾਰ ਖਾ ਰਹੇ ਆ। ਇਹ ਖੜਦੇ ਤਾਂ ਨਹੀਂ ਕਿਉਂਕਿ ਅਕਾਲੀ ਦਲ ਨੇ ਇੱਕ ਤਰੀਕੇ ਨਾਲ ਬੀਜੇਪੀ ਸਾਹਮਣੇ ਸਰੈਂਡਰ ਕੀਤਾ। ਅਨਕੰਡੀਸ਼ਨਲ ਸਪੋਰਟ ਕੀ ਹੁੰਦੀ ਹੈ ਕਿਸੇ ਪੋਲਿਟਿਕਸ ਵਿੱਚ? ਕਿਸੇ ਸ਼ਰਤਾਂ 'ਤੇ ਕਿਸੇ ਨੂੰ ਸਪੋਰਟ ਦਿੱਤੀ ਜਾਂਦੀ ਹੁੰਦੀ ਹੈ। ਅਨਕੰਡੀਸ਼ਨ ਦਾ ਮਤਲਬ ਵੀ ਸਾਡੀ ਸਰੈਂਡਰ ਹੈ। ਇਹ ਸਰੈਂਡਰ ਕੀਤੀ ਹੈ। ਇਹ 84 ਤੋਂ ਬਾਅਦ ਜਿਹੜਾ ਸਰੈਂਡਰ ਹੋਇਆ, ਉਹ ਸਰੈਂਡਰ ਦਾ ਕਰਕੇ ਜਿਹੜੀ ਅਕਾਲੀ ਦਲ ਆ, ਓਰੀਜਨਲ ਪਾਰਟੀ ਵੀ ਨਹੀਂ ਰਹੀ। ਐਸਜੀਪੀਸੀ ਨੂੰ ਹੁਣ ਇਨਡਾਇਰੈਕਟਲੀ ਦਿੱਲੀ ਚਲਾਉਂਦਾ, ਤੇ ਦਿੱਲੀ ਗੁਰਦੁਆਰਾ ਕਮੇਟੀ 'ਤੇ ਤਾਂ ਕਬਜ਼ਾ ਹੋ ਹੀ ਗਿਆ ਇਨਡਾਇਰੈਕਟਲੀ ਬੀਜੇਪੀ ਦਾ, ਤੇ ਉਹੀ ਚੱਲਦੀ ਹੈ। ਹੁਣ ਅਕਾਲ ਤਖਤ ਵੀ ਇੱਥੇ ਉਸੇ ਲੈਵਲ 'ਤੇ ਹੀ ਚੱਲਦਾ ਸਾਰਾ ਕੁਝ। ਅੱਛਾ ਸਰ, ਹੁਣ ਅਹਿਮ ਸਵਾਲ ਹੈ, ਜੋ ਤੁਸੀਂ ਅਕਾਲੀ ਦਲ ਦੀ ਗੱਲ ਕਰ ਰਹੇ ਹੋ ਜਾਂ ਐਸਜੀਪੀਸੀ ਦੀ ਗੱਲ ਕਰ ਰਹੇ ਹੋ, ਕੱਲ੍ਹ ਨੂੰ ਜਦੋਂ ਤਲਬ ਕੀਤਾ ਜਾਂਦਾ, ਕੋਈ ਜਥੇਦਾਰ ਸਾਹਿਬ ਕਹਿ ਦਿੰਦੇ ਨੇ ਵੀ ਉਹਨੂੰ ਤਲਬ ਕਰਨਾ ਚਾਹੀਦਾ, ਉਹਨੂੰ ਤਲਬ ਕੀਤਾ ਗਿਆ, ਫਿਰ ਲੋਕ ਕੀ ਵਿਸ਼ਵਾਸ ਕਰਦੇ ਨੇ? ਠੀਕ ਹੈ, ਉਸ ਸਿੱਖ ਜਗ੍ਹਾ ਦੇ ਉੱਤੇ, ਧਾਰਮਿਕ ਜਗ੍ਹਾ 'ਤੇ ਲੋਕਾਂ ਦਾ ਵਿਸ਼ਵਾਸ ਹੈ, ਪਰ ਜੋ ਚੀਜ਼ ਚਲਾ ਰਹੇ ਨੇ, ਜੋ ਵਿਅਕਤੀਗਤ ਦੀ ਗੱਲ ਕਰਦੇ, ਜੋ ਵਿਅਕਤੀ ਚਲਾ ਰਹੇ ਨੇ, ਫਿਰ ਵਾਕਈ ਲੋਕ ਉਹਨਾਂ 'ਤੇ ਵਿਸ਼ਵਾਸ ਕਰਦੇ ਨੇ? ਜੇ ਕੱਲ੍ਹ ਨੂੰ ਕੋਈ ਵੀ ਉੱਥੋਂ ਫਰਮਾਨ ਨਿਕਲਦਾ, ਕਿ ਲੋਕ ਮੰਨਣਗੇ? ਬਈ ਚਲੋ, ਇਹ ਸਵਾਲ ਤਾਂ ਹੈਗੇ ਵੀ ਕੋਈ ਮੰਨਦਾ ਨਹੀਂ ਬਹੁਤਾ, ਕਿੰਨੀ ਕੁ ਰਹਿ ਗਈ ਹੈ। ਇਹਦੀ ਜਿਹੜੀ ਕ੍ਰੈਡੀਬਿਲਿਟੀ ਹੈ ਸਾਰੇ ਜਥੇਦਾਰ ਦੀ, ਇੰਸਟੀਟਿਊਸ਼ਨ ਦੀ ਕ੍ਰੈਡੀਬਿਲਿਟੀ 'ਤੇ ਕੋਈ ਅਸਰ ਨਹੀਂ ਪੈਂਦਾ। ਅਕਾਲ ਤਖਤ ਹਮੇਸ਼ਾ ਅਕਾਲ ਤਖਤ ਰਹੇਗਾ ਸਿੱਖਾਂ ਲਈ। ਦਰਬਾਰ ਸਾਹਿਬ ਰਹੇ, ਚਲਾ ਰਹੇ ਨੇ ਉਹਨਾਂ ਦੀ ਗੱਲ, ਪਰ ਜਿਹੜੇ ਚਲਾ ਰਹੇ ਜਥੇਦਾਰ ਹੈ, ਕਿਸੇ ਵੇਲੇ ਉਸ ਉੱਤੇ ਉਹ ਇੰਚਾਰਜ ਹੁੰਦਾ ਬਣਿਆ, ਉਹਦੇ 'ਤੇ ਵਿਸ਼ਵਾਸ ਲੋਕਾਂ ਦਾ ਕਿੱਥੇ ਆ? ਦਲਿਤ ਹੋਣ ਕਰਕੇ, ਅਕਾਲ ਤਖਤ ਦਾ ਜਥੇਦਾਰ ਹੋਣ ਕਰਕੇ, ਖੁਦ ਦਲਿਤਾਂ ਦਾ ਜਦੋਂ ਇਸ਼ੂ 20 ਅਕਤੂਬਰ 1920 'ਚ ਆਇਆ, ਤੇ ਇਹ ਉਹਨਾਂ ਦੀ ਸਪੋਰਟ 'ਚ ਹੀ ਨਹੀਂ ਆਇਆ। ਇਹ ਕਿਸੇ ਸਪੋਰਟ 'ਚ ਨਹੀਂ ਆਉਂਦਾ। ਇਹ ਉੱਤੋਂ ਡਿਕਟੇਟਸ ਮਿਲਦੇ ਆ, ਉੱਤੋਂ ਇਹਨੂੰ ਹੁਕਮ ਆਉਂਦਾ, ਉਹ ਤੇ ਹੁਕਮ ਦੇ ਮੁਤਾਬਕ ਕਰਦਾ। ਇਹ ਅਕਾਲੀ ਦਲ ਬੜਾ ਰਿਮੋਟ ਤਰੀਕੇ ਨਾਲ, ਬਹੁਤ ਦੂਰੋਂ ਇਹਨੂੰ ਕੰਟਰੋਲ ਕਰਦਾ। ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਮਹੰਤ ਤੁਸੀਂ 1920 'ਚ ਤਾਂ ਕੱਢਦੇ ਸੀ ਗੁਰਦੁਆਰਿਆਂ 'ਚੋਂ, ਨਵੇਂ ਮਹੰਤਾਂ ਨੂੰ ਕੱਢ ਕੇ ਦੇਖੋ, ਜਿਹੜੇ ਦੂਰੋਂ ਹੀ ਤੁਹਾਨੂੰ ਕੰਟਰੋਲ ਕਰਦੇ ਆ, ਰਿਮੋਟ ਕੰਟਰੋਲ ਕਰਦੇ ਆ। ਇਹੀ ਫਿਰ ਸਿੱਖ ਪੂਰਾ ਜਿਹੜਾ ਸਿੱਖ ਸੱਭਿਆਚਾਰ ਹੈ ਤੇ ਸਿੱਖ ਸਿਧਾਂਤ ਹੈ, ਉਹਦੀ ਐਸੀ ਤੈਸੀ ਕਰ ਰਿਹਾ, ਉਹਨੂੰ ਬਿਲਕੁਲ ਡਿਸਟੋਰਟ ਕਰ। ਅੱਛਾ, ਹੁਣ ਸਰ ਇੱਕ ਤਾਂ ਐਸਜੀਪੀਸੀ ਦੀ ਗੱਲ ਹੋ ਗਈ, ਹੁਣ ਉਹ ਗਰਮ ਖਿਆਲੀ ਲੋਕ ਜੋ ਬਾਰ-ਬਾਰ ਆ ਕੇ ਸਿੱਖਾਂ ਦਾ ਇਸ਼ੂ ਤੇ ਗੱਲ ਚੁੱਕਦੇ ਨੇ ਜਾਂ ਸਿੱਖਾਂ ਬਾਰੇ ਗੱਲ ਰੱਖਦੇ ਨੇ, ਕਿਤੇ ਉਹ ਵੀ ਸੁਣਾਈ ਨਹੀਂ ਦਿੱਤੇ ਹੁਣ। ਵੇਖੋ, ਵੱਖਰੀ ਗੱਲ ਹੈ, ਕਦੇ ਉਸ 'ਤੇ ਵੱਖਰਾ ਕਰਾਂਗੇ। ਸਵਾਲ ਤਾਂ ਇਹ ਹਿਜਾਬ ਦਾ ਮਸਲਾ ਹੈ। ਮੈਂ ਇੰਨਾ ਕਹਿ ਕੇ ਕਹਿਣਾ ਚਾਹੁੰਦਾ ਵੀ ਸਿੱਖਾਂ ਨੂੰ ਕਿਸੇ 'ਤੇ ਵੀ, ਹਿੰਦੂ ਤੇ ਮੁਸਲਮਾਨ ਦੇ ਕਿਸੇ ਧਾਰਮਿਕ ਚਿੰਨ੍ਹ ਉੱਤੇ, ਉਹਨਾਂ ਦੀ ਧਾਰਮਿਕ ਪਹਿਚਾਣ 'ਤੇ ਹਮਲਾ ਹੁੰਦਾ ਤਾਂ ਸਾਨੂੰ ਸਿੱਖਾਂ ਨੂੰ, ਇਹ ਗੁਰੂ ਨਾਨਕ ਦੇਵ ਜੀ ਦਾ ਹੈ ਹੀ ਫਲਸਫਾ ਇਹ। ਗੁਰੂ ਨਾਨਕ ਦੇਵ ਦੀ ਦੋਨੋਂ ਧਰਮਾਂ ਦੇ ਉਸ ਵੇਲੇ ਜਦੋਂ ਆਪਸ ਵਿੱਚ ਦੀ ਲੜਾਈ ਸੀ, ਉਸੇ ਵੇਲੇ ਉਹ ਇਸ ਦੁਨੀਆ 'ਤੇ ਆਏ, ਤੇ ਉਹ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ, ਸਾਨੂੰ ਉਹਦਾ ਵਿਰੋਧ ਕਰਨਾ ਚਾਹੀਦਾ, ਤੇ ਸਾਨੂੰ ਧਾਰਮਿਕ ਆਜ਼ਾਦੀ ਲਈ ਸਿੱਖਾਂ ਨੂੰ ਖੜਨਾ ਚਾਹੀਦਾ। ਇੱਕ ਆਖਰੀ ਸਵਾਲ ਹੈ ਕਿ ਕਰਨਾਟਕਾ 'ਚ ਹੋਇਆ, ਕੱਲ੍ਹ ਨੂੰ ਕਿਤੇ ਹੋਰ ਵੀ ਇਸ ਤਰੀਕੇ ਨਾਲ ਘਟਨਾ ਹੋ ਜਾਂਦੀ ਹੈ ਕਿਸੇ ਵੀ ਸਿੱਖ ਵਿਅਕਤੀ ਨੂੰ ਲੈ ਕੇ, ਫਿਰ ਐਸਜੀਪੀਸੀ ਤੁਸੀਂ ਕਹਿੰਦੇ ਵੀ ਨਹੀਂ ਬੋਲ ਰਿਹਾ, ਜਾਂ ਅਕਾਲੀ ਦਲ ਹੈਗੇ ਉਸ ਸਟੈਂਡ ਉੱਤੇ ਨਹੀਂ ਆਉਂਦਾ, ਫਿਰ ਅੱਗੇ ਜਾ ਕੇ ਕੀ ਹੋਊਗਾ? ਜੋ ਸਿੱਖਾਂ ਦੀ ਘੱਟ ਮਿਨੋਰਿਟੀ ਨੂੰ ਲੈ ਕੇ ਗੱਲਾਂ ਹੁੰਦੀਆਂ ਨੇ, ਤੁਸੀਂ ਵੀ ਪ੍ਰੈਸ ਕਾਨਫਰੰਸ ਕਰਦੇ ਹੋ, ਆਪਦੇ ਸੈਮੀਨਾਰ ਕਰਦੇ ਹੋ, ਫਿਰ ਅੱਗੇ ਜਾ ਕੇ ਕੀ ਹੈ? ਅੱਗੇ ਕੀ ਸੋਚਿਆ ਜਾ ਸਕਦਾ ਅੱਗੇ ਵਾਸਤੇ? ਚਲੋ, ਜਦੋਂ ਸਿਚੁਏਸ਼ਨ ਆਊਗੀ ਉਦੋਂ ਸੋਚਿਆ ਜਾਏਗਾ ਸਾਰਾ ਕੁਝ। ਅਸੀਂ ਉਦੋਂ ਕੋਈ ਜੇ ਐਸਜੀਪੀਸੀ ਨਹੀਂ ਕਰੂ ਤਾਂ ਉਹਦਾ ਆਲਟਰਨੇਟਿਵ ਲੋਕ ਆ ਜਾਣਗੇ ਅੱਗੇ। ਐਸਜੀਪੀਸੀ ਦੀ ਮਜਬੂਰੀਆਂ 'ਚ ਹੀ ਕਰਦੀ ਹੈ। ਬਿਲਕੁਲ ਇੰਨਾ ਚਿਰ ਨਹੀਂ ਕੀਤਾ, ਤੇ ਲੜਕੀ
ਤੇ ਸਿੱਖ ਲੜਕੀ ਤੇ ਕਰਨਾਟਕਾ ਜਦੋਂ ਅਟੈਕ ਹੋਇਆ ਬੰਗਲੌਰ ਦੇ ਵਿੱਚ ਤਾਂ ਫੇਰ ਬੋਲਣਾ ਪਿਆ। ਇਹ ਆਪਦੀ ਮਜਬੂਰੀ ਲਈ ਬੋਲਦੇ ਆ, ਤੇ ਮਜਬੂਰੀ ਲਈ ਜੇ ਕਰਨਗੇ ਤਾਂ ਠੀਕ ਹੈ, ਨਹੀਂ ਫਿਰ ਇਹ ਸਾਰੇ ਆਪਦੇ ਸੀਨ ਤੋਂ ਪਾਸੇ ਹੋ ਜਾਣਗੇ। ਸਿੱਖ ਫਿਰ ਕਿਉਂ ਪਰਵਾਹ ਕਰੂ ਐਸਜੀਪੀਸੀ ਦੀ? ਐਸਜੀਪੀਸੀ ਕੌਣ ਹੈ? ਜੇ ਸਿੱਖ ਸੰਸਥਾ ਨੂੰ ਹੋਊਗਾ ਤਾਂ ਸਿੱਖੇ ਦੀ ਪਰਵਾਹ ਕਿਉਂ ਕਰਨਗੇ ਜੇ ਸਿੱਖਾਂ ਲਈ ਸਟੈਂਡ ਨਹੀਂ ਲਊਗੀ ਤਾਂ? ਐਸਜੀਪੀਸੀ ਦੇ ਜਥੇਦਾਰ ਤਾਂ ਅਕਾਲੀ ਦਲ ਨੂੰ ਸਪੋਰਟ ਕਰਨ ਨੂੰ ਵੀ ਕਹਿੰਦੇ ਨੇ। ਫਿਰ ਉਹ ਠੀਕ ਆ, ਅਕਾਲੀ ਦਲ ਨਾਲ ਹੈ ਸਾਰਾ ਕੁਝ। ਇਹ ਇੱਕ ਵੱਖਰਾ ਇਸ਼ੂ ਹੈ, ਕਦੇ ਕਰਾਂਗੇ ਵੀ ਸਿੱਖਾਂ ਦਾ ਅਕਾਲ ਤਖਤ ਵੀ ਗੁਲਾਮ ਹੈ ਤੇ ਸਿੱਖ ਸੰਸਥਾਵਾਂ ਵੀ ਇਸ ਪੋਲਿਟਿਕਸ ਦੇ ਗੁਲਾਮ ਹੈ। ਜਦੋਂ ਕਿ ਅਕਾਲੀ ਦਲ ਇੱਕ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਸੀ ਕੰਮ ਕਰਨ ਲਈ, ਵੀ ਤੁਸੀਂ ਅੱਜ ਜਾ ਕੇ ਜਥੇ ਲਿਆਉਣੇ ਆ, ਟਾਸਕ ਫੋਰਸ ਦੇ ਲੈਵਲ ਤੇ ਖੜਾ ਕੀਤਾ ਸੀਗਾ, ਕੰਮ ਦਿੱਤਾ ਸੀ ਵੀ ਇਹ ਕਰਨਾ, ਤੇ ਹੁਣ ਇਹ ਉੱਤੋਂ ਦੀ ਹੋ ਗਿਆ। ਤੇ ਇਸ ਕਰਕੇ ਅਕਾਲੀ ਇਹ ਜਿਹੜੀ ਇਹ ਬੜੀ ਦੁਖਦਾਈ ਗੱਲ ਹੈ, ਪਰ ਇਹਦੇ ਤੇ ਇਸ ਵਿਸ਼ੇ ਉੱਤੇ ਇੱਕ ਪੂਰੀ ਗੱਲ ਕਰਨ ਦੀ ਲੋੜ ਹੈ। ਤੁਸੀਂ ਸਾਡੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਤੇ ਸਿੱਖ ਚਿੰਤਕ ਸਰਦਾਰ ਜਸਪਾਲ ਸਿੰਘ ਸਿੱਧੂ, ਪੱਤਰਕਾਰ ਰਹੇ ਨੇ 84 ਦੇ ਵੇਲੇ, ਤੇ ਇੰਟਰਵਿਊ ਕਰਨ ਦਾ ਮਕਸਦ ਇਹ ਸੀ ਕਿ ਜਿਸ ਤਰੀਕੇ ਨਾਲ ਕਰਨਾਟਕਾ ਦੇ ਵਿੱਚ ਹਿਜਾਬ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਇਹ ਤਾਂ ਦੀ ਬਿਆਨਬਾਜ਼ੀ ਕਰ ਦਿੰਦੇ ਨੇ, ਪ੍ਰੈਸ ਵਿੱਚ ਦੇ ਦਿੰਦੇ ਨੇ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੇ ਉੱਤੇ ਵੀ ਇਸ ਤਰੀਕੇ ਨਾਲ ਟਿੱਪਣੀ ਕੀਤੀ ਜਾਵੇ। ਫਿਰ ਟਿੱਪਣੀ ਹੋ ਜਾਂਦੀ ਕੁਝ ਦਿਨਾਂ ਬਾਅਦ, ਲੜਕੀ ਨੂੰ ਮਨਾ ਕੀਤਾ ਜਾਂਦਾ ਵੀ ਉਹ ਸਕੂਲ ਦੇ ਵਿੱਚ ਦਸਤਾਰ ਬਣ ਕੇ ਨਾ ਆਵੇ। ਉਸ ਤੋਂ ਬਾਅਦ ਉਹਨਾਂ ਦਾ ਪਰਿਵਾਰ ਤਾਂ ਕਹਿ ਦਿੰਦਾ ਵੀ ਅਸੀਂ ਦਸਤਾਰ ਬਣ ਕੇ ਆਵਾਂਗੇ। ਮਾਮਲਾ ਕਾਨੂੰਨ ਦਾ ਸਹਾਰਾ ਲਿਆ ਜਾਂਦਾ ਕਿ ਵਾਕਈ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਬਾਕੀ ਜੋ ਕਮਿਊਨਿਟੀ ਲਈ ਬੋਲਦੀਆਂ ਨੇ, ਕਿਉਂਕਿ ਪਹਿਲਾਂ ਦੀ ਆਪਾਂ ਜ਼ਿਕਰ ਕਰੀਏ ਗੁਰੂਆਂ ਦੀ ਗੱਲ ਚੱਲਦੀ ਆਉਂਦੀ ਹੈ, ਜਿਵੇਂ ਇਹਨਾਂ ਨੇ ਉਦਾਹਰਨਾਂ ਵੀ ਦਿੱਤੀਆਂ ਨੇ ਕਿ ਗੁਰੂਆਂ ਨੇ ਵੀ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਵੀ ਕਹਿ ਦਿੱਤਾ ਸੀ, ਸ਼ਹੀਦ ਹੋਏ, ਖੁਦ ਕਿਹਾ ਸੀ ਕਿ ਆਪਦੇ ਗੁਰੂ ਦਾ ਧਰਮ ਬਦਲ ਲੈਣ, ਉਹਨਾਂ ਨੂੰ ਜਾ ਕੇ ਕਹਿ ਦਿਓ, ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ। ਫਿਰ ਉਸ ਦੇ ਬਾਵਜੂਦ ਵੀ ਅਕਾਲੀ ਦਲ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਉਂ ਨਹੀਂ ਸਟੇਟਮੈਂਟ ਦੇ ਕਿ ਘੱਟ ਕਮਿਊਨਿਟੀਆਂ ਨਾਲ ਜਾਂ ਕਿਸੇ ਵੀ ਕਮਿਊਨਿਟੀ ਨਾਲ ਧੱਕਾ ਹੁੰਦਾ, ਕਿਉਂ ਨਹੀਂ ਖੜਦੇ, ਕਿਉਂ ਨਹੀਂ ਬੋਲਦੇ? ਜਦੋਂ ਗੱਲ ਆਪਣੇ ਤੇ ਆਉਂਦੀ ਹੈ ਫਿਰ ਬਿਆਨਬਾਜ਼ੀ ਹੁੰਦੀ ਹੈ।